Senior Secondary School Siona Patiala, working as a vocational trainer of retail subject। ਤੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਾਂਗੇ, ਫੰਡਾਮੈਂਟਲਸ ਆਫ ਰਿਟੇਲਿੰਗ। ਰਿਟੇਲ ਦੇ ਸਿਧਾਂਤ, ਮਤਲਬ ਕਿ ਇੱਕ ਪਰਚੂਨਕਾਰ ਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਸਿਧਾਂਤ, ਉਹਦਾ ਬਹੁਤ ਪੱਕੀ ਵਿਕਾਸ, ਕਿਸ ਤਰ੍ਹਾਂ ਉਹ ਸੈਗਮੈਂਟ ਅਕੋਰਡਿੰਗ ਟੂ ਸੈਗਮੈਂਟ ਜਿਹੜਾ ਚੇਂਜ ਹੋਇਆ, ਉਹਦੇ ਰੁਝਾਨ ਡਿਫਰੈਂਟ ਤਰ੍ਹਾਂ ਦੇ, ਅਤੇ ਉਹਦੇ ਟਾਈਪਸ ਕੀ ਨੇ, ਅਤੇ ਫਾਈਨਲੀ ਜਿਹੜੇ ਰੀਸੈਂਟ ਟਰੈਂਡ ਨੇ, ਜਿਹੜੀਆਂ ਚੇਂਜਸ ਨੇ ਟਾਈਮ ਟੂ ਟਾਈਮ ਆਈਆਂ ਨੇ ਰਿਟੇਲ ਸੈਕਟਰ ਦੇ ਵਿੱਚ, ਉਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਅੱਜ ਗੱਲ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫੰਡਾਮੈਂਟਲਸ ਆਫ ਰਿਟੇਲਿੰਗ। ਅੱਜ ਅਸੀਂ ਕੀ ਇਹਦੇ ਵਿੱਚ ਜਿਹੜੇ ਇਹਦੇ ਸਿਧਾਂਤ ਨੇ ਪਰਚੂਨ ਦੇ, ਉਹਨਾਂ ਵਿੱਚ ਕੀ ਕਵਰ ਕਰਾਂਗੇ। ਬੇਸਿਕਸ ਆਫ ਰਿਟੇਲਿੰਗ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਰਿਟੇਲ ਹੈ ਕੀ, ਅਤੇ ਰਿਟੇਲਸ ਦੇ ਟਾਈਪਸ ਕੀ ਨੇ, ਪਰਚੂਨਕਾਰ ਕਿੰਨੀ ਤਰ੍ਹਾਂ ਦਾ ਜਿਹੜਾ ਕਿ ਹੁੰਦਾ ਹੈ। ਰਿਟੇਲ ਫਾਰਮੈਟਸ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਪਰਚੂਨਕਾਰ ਦੁਆਰਾ ਤਰ੍ਹਾਂ ਨਾਲ ਅਲੱਗ-ਅਲੱਗ ਤਰ੍ਹਾਂ ਦੇ ਵਿੱਚ ਕੈਟਾਗਰਾਈਜ਼, ਸ਼੍ਰੇਣੀਬੱਧ ਜਿਹੜਾ ਪਰਚੂਨ ਖੇਤਰ ਨੂੰ ਵੰਡਿਆ ਗਿਆ, ਉਹਨਾਂ ਬਾਰੇ ਗੱਲ ਕਰਾਂਗੇ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਫੰਕਸ਼ਨਸ ਆਫ ਰਿਟੇਲਰਸ। ਇੱਕ ਪਰਚੂਨਕਾਰ ਦੇ ਕੀ ਕੰਮ ਨੇ, ਕਿਸ ਤਰ੍ਹਾਂ ਉਹ ਇੱਕ ਉਤਪਾਦਕ ਜਾਂ ਹੋਲਸੇਲਰ ਦੀ ਮਦਦ ਕਰਦਾ, ਅਤੇ ਪਰਚੂਨਕਾਰ ਕਿਸ ਤਰ੍ਹਾਂ ਗਾਹਕ ਦੇ ਪ੍ਰਤੀ ਆਪਣੀਆਂ ਸੇਵਾਵਾਂ 'ਤੇ ਸਰਵਿਸ ਨੂੰ ਨਿਭਾਉਂਦਾ ਹੈ। ਅਤੇ ਨੈਕਸਟ ਅਸੀਂ ਗੱਲ ਕਰਾਂਗੇ ਲਾਸਟ ਦੇ ਵਿੱਚ ਟਰੈਂਡਸ ਇਨ ਰਿਟੇਲ, ਮਤਲਬ ਕਿ ਇੱਕ ਪਰਚੂਨਕਾਰ ਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਰੁਝਾਨ ਜਾਂ ਟਰੈਂਡਸ ਇਸ ਟਾਈਮ ਚੱਲੇ ਨੇ, ਜਾਂ ਜਿਹੜੀਆਂ ਚੇਂਜਸ ਆਈਆਂ ਨੇ, ਉਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਬੇਸਿਕਸ ਆਫ ਰਿਟੇਲਿੰਗ। ਇਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਆ ਰਿਟੇਲ, ਪਰਚੂਨ ਹੈ ਕੀ, ਵਾਟ ਇਜ਼ ਦਾ ਮੀਨਿੰਗ ਆਫ ਰਿਟੇਲ। ਰਿਟੇਲ ਕੀ ਆ। ਰਿਟੇਲ ਰੈਫਰਸ ਐਜ਼ ਅ ਬਿਜ਼ਨਸ ਐਕਟੀਵਿਟੀ ਸੈਲ ਦਾ ਗੁੱਡਸ ਇਨ ਸਮਾਲ ਕੁਆਂਟੀਟੀਜ਼ ਐਜ਼ ਪਰ ਦਾ ਰਿਕੁਆਇਰਮੈਂਟਸ ਆਫ ਦਾ ਕਸਟਮਰਸ। ਮਤਲਬ ਕਿ ਇੱਕ ਵਸਤੂਆਂ ਨੂੰ ਗਾਹਕ ਤੱਕ ਪਹੁੰਚਾਉਣ ਦੀ ਇੱਕ ਅਜਿਹੀ ਕਿਰਿਆ ਹੈ ਜਿਸ ਦੇ ਵਿੱਚ ਪਰਚੂਨਕਾਰ ਥੋੜ੍ਹੀ ਮਾਤਰਾ ਦੇ ਵਿੱਚ ਆਪਣੇ ਅੰਤਿਮ ਖਪਤਕਾਰ ਨੂੰ ਵਸਤੂਆਂ ਉਹਦੀ ਲੋੜ ਦੇ ਅਨੁਸਾਰ ਵੇਚਦਾ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪਰਚੂਨਕਾਰ ਇੱਕ ਅਜਿਹਾ ਦਾਇਰਾ ਬਣਾਉਂਦਾ ਜਿਹਦੇ ਵਿੱਚ ਉਹ ਅੰਤਿਮ ਖਪਤਕਾਰ ਨੂੰ ਵਸਤੂਆਂ ਅਤੇ ਸੇਵਾਵਾਂ ਪਹੁੰਚਾਉਂਦਾ। ਇਹਦੇ ਵਿੱਚ ਉਹ ਧਿਆਨ ਰੱਖਦਾ ਕਿ ਗਾਹਕ ਦੀ ਲੋੜ ਅਤੇ ਉਸਦੀ ਜਿਹੜੀ ਨੀਡ ਹੈ ਉਹ ਕਿੰਨੀ ਆ, ਅਤੇ ਕਿੰਨੀ ਇਸ ਨੂੰ ਲੋੜ ਹੈ। ਜੇ ਇਸ ਦੀ ਗੱਲ ਕਰੀਏ ਰਿਟੇਲ ਦੀ, ਆਪਾਂ ਪਰਚੂਨ ਦੀ ਪਰਿਭਾਸ਼ਾ ਦੀ, ਤਾਂ ਇਹ ਫਰਾਂਸੀਸੀ ਭਾਸ਼ਾ ਦੇ ਸ਼ਬਦ ਰਿਟੇਲਰ ਤੋਂ ਬਣਿਆ, ਜਿਸ ਦਾ ਮਤਲਬ ਕੀ ਆ, ਇੱਕ ਕੱਪੜੇ ਨੂੰ ਕੱਟਣਾ, ਵੱਢਣਾ, ਵੰਡਣਾ। ਮਤਲਬ ਕਿ ਇੱਕ ਪਰਚੂਨਕਾਰੀ ਅਜਿਹੀ ਕਿਰਿਆ ਜਿਸ ਦੇ ਵਿੱਚ ਸਮਾਨ ਨੂੰ ਥੋੜ੍ਹੀ ਮਾਤਰਾ ਦੇ ਵਿੱਚ ਅੰਤਿਮ ਖਪਤਕਾਰ ਤੱਕ ਉਸ ਦੀ ਲੋੜ ਦੇ ਅਨੁਸਾਰ ਤੱਕ ਪਹੁੰਚਾਉਣਾ। ਸੋ ਜੇ ਸੰਖੇਪ ਦੇ ਵਿੱਚ ਗੱਲ ਕਰੀਏ, ਪਰਚੂਨਕਾਰ ਇੱਕ ਅਜਿਹੀ ਕਿਰਿਆ ਕਰਦਾ ਜਿਸ ਦੇ ਵਿੱਚ ਉਹਦਾ ਮੁੱਖ ਕੰਮ ਅੰਤਿਮ ਖਪਤਕਾਰ ਤੱਕ ਸੇਵਾਵਾਂ ਅਤੇ ਵਸਤੂਆਂ ਨੂੰ ਪਹੁੰਚਾਉਣਾ ਹੁੰਦਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਬੇਸਿਕਸ ਆਫ ਰਿਟੇਲ ਦੇ ਵਿੱਚ ਦੋ ਜਿਹੜੇ ਟਾਈਪਸ ਨੇ ਰਿਟੇਲ ਦੇ, ਦੋ ਤਰ੍ਹਾਂ ਨਾਲ ਪਰਚੂਨਕਾਰ ਨੂੰ ਵੰਡਿਆ ਗਿਆ ਹੈ, ਜਿਸ ਦੇ ਵਿੱਚ ਔਰਗਨਾਈਜ਼ ਰਿਟੇਲ ਅਤੇ ਅਨਔਰਗਨਾਈਜ਼ ਰਿਟੇਲ। ਪਹਿਲਾ ਕੀ ਆ, ਔਰਗਨਾਈਜ਼ ਰਿਟੇਲ, ਮਤਲਬ ਕਿ ਸੰਗਠਿਤ ਪਰਚੂਨ। ਸੰਗਠਿਤ ਪਰਚੂਨ ਕੀ ਆ। ਸੰਗਠਿਤ ਪਰਚੂਨ ਦਾ ਸੁਧਰਿਆ ਹੋਇਆ ਰੂਪ, ਜਿਹੜਾ ਕਿ ਅੱਜ ਕੱਲ੍ਹ ਅਸੀਂ ਜ਼ਿਆਦਾ ਦੇਖ ਰਹੇ ਹਾਂ ਮਾਲਸ ਦੇ ਵਿੱਚ, ਡਿਪਾਰਟਮੈਂਟਲ ਸਟੋਰ, ਹਾਈਪਰ ਮਾਰਕੀਟਸ, ਡਿਫਰੈਂਟ ਤਰ੍ਹਾਂ ਦੇ ਜਿਹੜੇ ਨਿਯਮਬੱਧ ਸਿਸਟਮੈਟਿਕ ਕਾਨੂੰਨ ਦੇ ਦਾਇਰੇ ਦੇ ਅਧੀਨ, ਜਿੱਥੇ ਰੁਜ਼ਗਾਰ ਦੇ ਵੱਖ-ਵੱਖ ਤਰ੍ਹਾਂ ਦੇ ਅਵਸਰ, ਮੌਕੇ ਵੱਧ ਤੋਂ ਵੱਧ ਪ੍ਰਦਾਨ ਕੀਤੇ ਜਾਂਦੇ ਨੇ। ਇੱਕ ਅਜਿਹੀਆਂ ਇਕਾਈਆਂ ਜਿਹੜੀਆਂ ਇੱਕ ਕਾਨੂੰਨ ਦੇ ਅਧੀਨ ਸੈਟਅਪ ਕੀਤਾ ਗਿਆ, ਉਹ ਆਉਂਦੀਆਂ ਨੇ ਸੰਗਠਿਤ ਪਰਚੂਨ ਦੇ ਅਧੀਨ। ਅਤੇ ਸੈਕਿੰਡ ਇਹਦਾ ਟਾਈਪਸ ਨੇ, ਜਾਂ ਇਹਦਾ ਦੂਜਾ ਭਾਗ ਆ ਜਿਹੜਾ ਰਿਟੇਲ ਦਾ, ਪਰਚੂਨ ਦਾ, ਉਹ ਹੈਗਾ ਅਨਔਰਗਨਾਈਜ਼ਡ ਰਿਟੇਲ, ਮਤਲਬ ਕਿ ਗੈਰ ਸੰਗਠਿਤ ਪਰਚੂਨ। ਗੈਰ ਸੰਗਠਿਤ ਪਰਚੂਨ ਦੀ ਹੋਂਦ ਆ ਜਿਹੜੀ ਸੰਗਠਿਤ ਪਰਚੂਨ ਤੋਂ ਪਹਿਲਾਂ ਹੋਈ। ਉਹ ਕਿੱਦਾਂ, ਜਦੋਂ ਇੱਕ ਬਾਰਟਰ ਸਿਸਟਮ ਦੇ ਨਾਲ ਇੱਕ ਕਨਸੈਪਟ ਸ਼ੁਰੂ ਹੋਇਆ ਸੀ ਟਰਡੀਸ਼ਨਲ ਸਮੇਂ ਦੇ ਵਿੱਚ। ਇਹਦੇ ਵਿੱਚ ਕੀ ਸੀਗਾ ਕਿ ਇੱਕ ਕਿਸਾਨ ਦੇ ਕੋਲ ਸਪੋਜ਼ ਮੱਕੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉਹਨੇ ਉਗਾਈ, ਅਤੇ ਉਸ ਤੋਂ ਬਾਅਦ ਇੱਕ ਕਿਸਾਨ ਕੋਲ ਕਣਕ ਦੀ ਬਹੁਤ ਜ਼ਿਆਦਾ ਵੱਡੀ ਮਾਤਰਾ ਸੀ। ਤਾਂ ਉਹਨਾਂ ਨੇ ਦੋਨਾਂ ਨੇ ਆਪਣੀ ਨੀਡ ਪੂਰੀ ਕਰਨ ਦੇ ਲਈ ਦੋਨੇ ਵਸਤੂਆਂ ਦੀ ਇੱਕ ਦੂਜੇ ਨਾਲ ਇਹ ਦੋਨੋਂ ਪ੍ਰੋਡਕਟ ਚੇਂਜ ਕਰ ਲਏ। ਮਤਲਬ ਕਿ ਇੱਕ ਨੇ ਦੂਸਰੇ ਨੂੰ ਕਣਕ ਦੇਤੀ, ਇੱਕ ਨੇ ਦੂਸਰੇ ਨੂੰ ਮੱਕੀ ਦੇਤੀ। ਤਾਂ ਇਹ ਕਨਸੈਪਟ ਤੋਂ ਹੀ ਅੱਗੇ ਰਿਟੇਲ ਹੌਲੀ ਸੁਧਰ ਕੇ ਸੰਗਠਿਤ ਪਰਚੂਨ ਦੇ ਰੂਪ ਵਿੱਚ ਆਇਆ। ਇਹਦੇ ਵਿੱਚ ਕੀ ਸੀਗਾ ਕਿ ਹੌਲੀ ਉਹ ਬਾਰਟਰ ਸਿਸਟਮ ਤੋਂ ਬਾਅਦ ਮੇਲੇ ਲੱਗਣੇ ਸ਼ੁਰੂ ਹੋ ਗਏ।
ਲੋਕ ਮੇਲਿਆਂ 'ਚ ਜਾਂਦੇ ਸੀ ਚੀਜ਼ਾਂ ਖਰੀਦਣ ਅਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਜਗ੍ਹਾ ਦੇ ਵਿੱਚ ਥੋੜ੍ਹੀਆਂ ਛੋਟੀਆਂ ਇਕਾਈਆਂ ਦੁਕਾਨਾਂ ਜਿਹੜੀਆਂ ਬਹੁਤ ਦੂਰ ਦੇ ਪਿੰਡਾਂ ਵਿੱਚ ਸੰਗਠਿਤ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਉਸ ਤੋਂ ਬਾਅਦ ਇਹ ਇੱਕ ਤਰ੍ਹਾਂ ਨਾਲ ਹੌਲੀ ਖੋਖੇ ਜਿਹੜੇ ਆਮ ਆਪਾਂ ਦੇਖਦੇ ਹਾਂ ਉਹ ਵੀ ਹਲੇ ਵੀ ਤੁਸੀਂ ਗੈਰ ਸੰਗਠਿਤ ਪਰਚੂਨ ਦੇ ਕਾਫੀ ਰੂਪ ਨੇ ਜਿਹੜੇ ਇਸ ਟਾਈਮ ਦੇਖ ਸਕਦੇ ਹੋ। ਪਿੰਡਾਂ ਦੇ ਵਿੱਚ ਆਮ ਜਿਹੜੀਆਂ ਰਿਟੇਲ ਸ਼ਾਪਸ ਨੇ ਉਹ ਗੈਰ ਸੰਗਠਿਤ ਪਰਚੂਨ ਦੇ ਅਧੀਨ ਆਉਂਦੀਆਂ ਨੇ। ਜੇ ਗੱਲ ਕਰੀਏ ਦੋਨਾਂ ਟਾਈਪਸ ਦੇ ਵਿੱਚ ਫਰਕ ਦੀ ਅਤੇ ਅੰਤਰ ਬਹੁਤ ਜ਼ਿਆਦਾ ਹੈ ਦੋਨਾਂ ਦੇ ਵਿੱਚ, ਕਿਉਂਕਿ ਜਿਹੜਾ ਗੈਰ ਸੰਗਠਿਤ ਪਰਚੂਨ ਆ ਇੱਕ ਨਿੱਜੀ ਭਾਈਵਾਲੀ ਆਪਸੀ ਸੰਬੰਧਾਂ ਦੇ ਆਧਾਰ 'ਤੇ ਚਲਾਇਆ ਜਾਂਦਾ ਹੈ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਵਸਤੂਆਂ ਦਾ ਕੋਈ ਰੱਖ ਰਖਾਓ ਵੱਲ ਕੋਈ ਬਾਹਲਾ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਉਸ ਤੋਂ ਇਲਾਵਾ ਇਹਦੇ ਵਿੱਚ ਜਿਹੜੀਆਂ ਵਸਤੂਆਂ ਦੀਆਂ ਕਿਸਮਾਂ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਡਿਫਰੈਂਟ ਤਰ੍ਹਾਂ ਦੀ ਜਿਹੜੀਆਂ ਕੈਟਾਗਰੀਜ਼ ਨੇ ਉਹ ਬਹੁਤ ਘੱਟ ਮਾਤਰਾ ਦੇ ਵਿੱਚ ਪਾਈਆਂ ਜਾਂਦੀਆਂ ਹਨ ਅਤੇ ਇਹ ਕਿਸੇ ਕਾਨੂੰਨ ਖਰੜੇ ਦੇ ਅਧੀਨ ਜਿਹੜੇ ਕਿ ਇਕਾਈਆਂ ਸੈੱਟ ਨਹੀਂ ਕੀਤੀਆਂ ਜਾਂਦੀਆਂ। ਜੇ ਗੱਲ ਕਰੀਏ ਸੰਗਠਿਤ ਪਰਚੂਨ ਦੀ, ਸੰਗਠਿਤ ਪਰਚੂਨ ਇੱਕ ਬੜਾ ਹੀ ਸੁਧਰਿਆ ਹੋਇਆ ਰੂਪ ਆ ਪਰਚੂਨ ਦਾ, ਜਿਹੜਾ ਕਿ ਇੱਕ ਕਾਨੂੰਨ ਦੇ ਦਾਇਰੇ ਦੇ ਅਧੀਨ ਜਿਹਦਾ ਸੈਟਅਪ ਕੀਤਾ ਜਾਂਦਾ ਅਤੇ ਇਸ ਦੇ ਵਿੱਚ ਸਾਰੀਆਂ ਜਿਹੜੀਆਂ ਵਸਤੂਆਂ ਨੇ ਵੱਡੀ ਮਾਤਰਾ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਵਿੱਚ ਮਿਲਦੀਆਂ ਨੇ ਅਤੇ ਸਾਰਿਆਂ ਨਾਲੋਂ ਵੱਡੀ ਐਡਵਾਂਟੇਜ ਆ ਬਹੁਤ ਤਰੀਕੇ ਨਾਲ ਜਿਹੜਾ ਸਜਾਵਟ ਅਤੇ ਵਸਤੂਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਗਾਹਕਾਂ ਦੇ ਲੋੜ ਦੇ ਅਨੁਸਾਰ ਉਹਨਾਂ ਨੂੰ ਕੈਟਾਗਰਾਈਜ਼ ਕੀਤਾ ਜਾਂਦਾ ਅਤੇ ਇਸ ਦੇ ਵਿੱਚ ਸਭ ਤੋਂ ਮੇਨ ਜਿਹੜੀ ਗੱਲ ਹੈ ਰੁਜ਼ਗਾਰ, ਜਿਹੜਾ ਕਿ ਕਾਫੀ ਇੰਪਲੋਇਮੈਂਟ ਜਿਹੜੀਆਂ ਓਪਰਚੁਨਿਟੀਜ਼ ਇੱਥੇ ਮਿਲਦੀਆਂ ਨੇ। ਇੱਕ ਸਿਸਟਮੈਟਿਕ ਤਰੀਕੇ ਖਰੜੇ ਦੇ ਨਾਲ ਜਦੋਂ ਕਾਨੂੰਨ ਦੇ ਅਧੀਨ ਇਹਨੂੰ ਸੈੱਟ ਕੀਤਾ ਜਾਂਦਾ ਤਾਂ ਇਹਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਰੁਜ਼ਗਾਰ ਆ ਜਿਹੜਾ ਲੋਕਾਂ ਨੂੰ ਦਿੱਤਾ ਜਾਂਦਾ ਅਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਰੀਸੈਂਟਲੀ ਜਿਹੜੀਆਂ ਜੋਬਸ ਨੇ ਇਸ ਸੈਕਟਰ ਦੇ ਵਿੱਚ ਕ੍ਰੀਏਟ ਹੋਈਆਂ ਨੇ। ਸੋ ਇਹ ਦੋ ਟਾਈਪਸ ਦਾ ਜਿਹੜਾ ਪਰਚੂਨ ਹੈ ਇਸ ਟਾਈਮ ਆਪਾਂ ਦੇਖ ਰਹੇ ਹਾਂ। ਅਤੇ ਅੱਗੇ ਗੱਲ ਕਰਦੇ ਹਾਂ ਜੀ ਰਿਟੇਲ ਫਾਰਮੈਟਸ। ਹੁਣ ਰਿਟੇਲ ਫਾਰਮੈਟਸ ਦੀ ਗੱਲ ਕਰੀਏ, ਇਹ ਇੱਕ ਅਜਿਹਾ ਵਰਗੀਕਰਨ ਹੈ ਪਰਚੂਨ ਦਾ ਜਿਹੜਾ ਪਰਚੂਨਕਾਰ ਦੁਆਰਾ ਕੀਤਾ ਜਾਂਦਾ ਹੈ ਅਲੱਗ ਤਰ੍ਹਾਂ ਦੀ ਕੈਟਾਗਰਾਈਜ਼ ਦੇ ਵਿੱਚ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਇੱਥੇ ਟਾਰਗੇਟ ਮਾਰਕੀਟ ਸਰਵ, ਮਤਲਬ ਕਿ ਮੰਡੀਕਰਨ ਦਾ ਨਿਸ਼ਾਨਾ। ਇਹਦੇ ਵਿੱਚ ਕੀ ਆ, ਇੱਕ ਨਿਸ਼ਾਨਾ ਤਿਆਰ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਮੰਡੀ ਹੁੰਦੀ ਆ। ਮੰਡੀ ਨੂੰ ਸਭ ਤੋਂ ਪਹਿਲਾਂ ਇੱਕ ਮਾਸ ਮਾਰਕੀਟ ਦੇ ਰੂਪ 'ਚ ਤਿਆਰ ਕੀਤਾ ਜਾਂਦਾ। ਇੱਕ ਵੱਡੀ ਮੰਡੀ, ਜ਼ਿਆਦਾ ਕੰਪੀਟੀਸ਼ਨ ਸਖਤ ਹੁੰਦਾ, ਕਾਰਨ ਕੀ ਇੱਥੇ ਗਾਹਕ ਵੱਡੀ ਮਾਤਰਾ ਦੇ ਵਿੱਚ ਆਉਂਦੇ ਨੇ ਅਤੇ ਪਰਚੂਨਕਾਰ ਦਾ ਆਪਸੀ ਕੰਪੀਟੀਸ਼ਨ ਇੱਥੇ ਵੱਧ ਹੁੰਦਾ। ਇਸ ਦੇ ਵਿੱਚ ਇੱਕ ਵਿਸ਼ੇਸ਼ ਸਟੋਰ ਨੂੰ ਰੱਖਿਆ ਜਾਂਦਾ ਜਿਹੜੇ ਕਿ ਖੁੱਲ੍ਹਦੇ ਨੇ ਇੱਕ ਵਿਸ਼ੇਸ਼ ਪ੍ਰੋਡਕਟ ਨੂੰ ਕੈਟਾਗਰੀਜ਼ ਦੇ ਵਿੱਚ ਲੈ ਕੇ, ਅਤੇ ਇੱਥੇ ਵੀ ਗਾਹਕਾਂ ਨੂੰ ਉੱਚ ਪੱਧਰੀ ਸੇਵਾਵਾਂ ਅਤੇ ਵਸਤੂਆਂ ਨੂੰ ਦਿੱਤੀਆਂ ਜਾਂਦੀਆਂ ਹਨ। ਅਤੇ ਸੈਕਿੰਡ ਗੱਲ ਕਰਦੇ ਹਾਂ ਪ੍ਰੋਡਕਟ ਆਫਰਿੰਗਸ। ਪ੍ਰੋਡਕਟ ਆਫਰਿੰਗ ਕੀ ਇੱਕ ਅਜਿਹਾ ਘੇਰਾ ਤਿਆਰ ਕੀਤਾ ਜਾਂਦਾ ਜਿੱਥੇ ਵੱਖ ਤਰ੍ਹਾਂ ਨਾਲ ਇੱਕ ਗਿਣਤੀ ਦੇ ਜਿਹੜੇ ਪ੍ਰੋਡਕਟ ਨੇ ਗਾਹਕ ਨੂੰ ਸਰਵ ਕੀਤੇ ਜਾਂਦੇ ਨੇ, ਦਿੱਤੇ ਜਾਂਦੇ ਨੇ, ਵੇਚੇ ਜਾਂਦੇ ਨੇ। ਇਹਦੇ ਵਿੱਚ ਕੀ ਆ, ਆਮ ਵਪਾਰਕ ਮਾਲ ਵਾਲੇ ਜਿਹੜੇ ਵਪਾਰੀ ਨੇ ਉਹ ਜਿਹੜੇ ਇੱਕ ਦੂਜੇ ਨਾਲ ਮਿਲ ਕੇ ਵਪਾਰ ਕਰਦੇ ਨੇ ਅਤੇ ਗਿਣਤੀ ਦੇ ਨਾਲ ਵੱਖ ਉਤਪਾਦ ਜਿਹੜੇ ਨੇ ਜਿਹੜੇ ਰਿਟੇਲ ਸਟੋਰਾਂ ਅਤੇ ਅੰਤਿਮ ਜਿਹੜੇ ਗਾਹਕ ਤੱਕ ਪਹੁੰਚਾਉਂਦੇ ਨੇ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਬਹੁਪੱਖੀ ਵਿਸ਼ੇਸ਼ ਵਪਾਰੀ ਵੀ ਆਉਂਦੇ ਹਨ ਜਿਹੜੇ ਹਰ ਤਰ੍ਹਾਂ ਨਾਲ ਜਿਹੜੇ ਆਪਣੇ ਅੰਦਰ ਆਉਣ ਵਾਲੇ ਸਟਾਕ ਨੇ ਉਹਨਾਂ ਦਾ ਮਾਲ ਜਿਹੜਾ ਸਾਂਭ ਕੇ ਰੱਖਿਆ ਹੁੰਦਾ ਉਹਨੂੰ ਅਲੱਗ ਤਰ੍ਹਾਂ ਨਾਲ ਵਿਸ਼ੇਸ਼ ਤਰ੍ਹਾਂ ਨਾਲ ਉਹਨਾਂ ਦੀ ਚੋਣ ਕਰਕੇ ਲੋੜਵੰਦ ਜਿਹੜੇ ਗਾਹਕ ਨੇ ਉਹਨਾਂ ਤੱਕ ਪਹੁੰਚਾਉਂਦੇ ਨੇ। ਅਤੇ ਥਰਡ ਗੱਲ ਕਰਦੇ ਹਾਂ ਪ੍ਰਾਈਜ਼ਿੰਗ ਸਟਰਕਚਰ ਮਤਲਬ ਕਿ ਇੱਕ ਕੀਮਤ ਦੇ ਆਧਾਰ 'ਤੇ ਜਿਹੜਾ ਕਿਵੇਂ ਪਰਚੂਨਕਾਰ ਨੂੰ ਕੈਟਾਗਰਾਈਜ਼ ਕੀਤਾ ਜਾਂਦਾ। ਇਹਦੇ ਵਿੱਚ ਇੱਕ ਆਪਾਂ ਗੱਲ ਕਰਦੇ ਹਾਂ ਕਟੌਤੀ ਮੁੱਲ, ਡਿਸਕਾਊਂਟ। ਬਹੁਤ ਚੀਜ਼ਾਂ ਨੇ ਜਦੋਂ ਇੱਕ ਟਾਈਮ ਹੁੰਦਾ ਜਿਹੜਾ ਸੀਜ਼ਨਲ ਸੇਲਸ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਇੱਕ ਡਿਸਕਾਊਂਟ ਪੈਰਾਮੀਟਰ ਸੈੱਟ ਕਰਕੇ ਵਸਤੂਆਂ ਨੂੰ ਵੇਚਿਆ ਜਾਂਦਾ। ਇਹਦੇ ਵਿੱਚ ਮੇਨ ਪਰਚੂਨਕਾਰ ਦਾ ਜਿਹੜੀ ਕਿ ਟਾਰਗੇਟ ਇਹ ਹੁੰਦਾ ਕਿ ਵੱਧ ਤੋਂ ਵੱਧ ਪ੍ਰੋਡਕਟ ਵੇਚਿਆ ਜਾਵੇ ਅਤੇ ਗਾਹਕਾਂ ਨੂੰ ਡਿਸਕਾਊਂਟ ਦੇ ਕੇ ਵੱਧ ਤੋਂ ਵੱਧ ਖਰੀਦਦਾਰੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇੱਥੇ ਮੁਕਾਬਲਾ ਵੀ ਕਾਫੀ ਹੁੰਦਾ, ਮੁਕਾਬਲੇ ਦਾ ਮੁੱਲ ਵੀ ਤੈਅ ਕੀਤਾ ਜਾਂਦਾ ਕਿ ਸਾਡਾ ਜਿਹੜਾ ਕੰਪੀਟੀਟਰ ਆ ਸਾਡੇ ਸਾਹਮਣੇ ਵਾਲਾ ਉਹ ਕਿਸ ਪ੍ਰਾਈਸ ਤੱਕ ਕਿਸ ਮੁੱਲ 'ਤੇ ਜਿਹੜੀਆਂ ਵਸਤੂਆਂ ਨੂੰ ਵੇਚਦਾ, ਤਾਂ ਇਹ ਵੀ ਕੈਟਾਗਰਾਈਜ਼ ਕੀਤਾ ਜਾਂਦਾ ਵੀ ਉਹਨਾਂ ਨੇ ਜਿਹੜਾ ਪ੍ਰੋਡਕਟ ਆ ਕਿਸ ਮੁੱਲ 'ਤੇ ਵੇਚਣਾ ਹੈ। ਅਤੇ ਉਸ ਤੋਂ ਬਾਅਦ ਆਉਂਦਾ ਪ੍ਰਮੋਸ਼ਨਲ ਐਂਪੇਸਾਈਜ਼, ਮਤਲਬ ਕਿ ਇੱਕ ਪ੍ਰੋਡਕਟ ਨੂੰ ਤਰੱਕੀ ਦੇਣ ਲਈ ਕਿਹੜੀਆਂ ਗੱਲਾਂ ਨੂੰ ਇਹ ਕੈਟਾਗਰਾਈਜ਼ ਕਰਦੇ ਨੇ। ਸਭ ਤੋਂ ਪਹਿਲਾਂ ਵਿਗਿਆਪਨ, ਇੱਕ ਪਰਚੂਨਕਾਰ ਵਿਗਿਆਪਨ ਪ੍ਰਮੋਸ਼ਨ ਜਿਹੜੀ ਕਰਦਾ ਹੈ ਮਸ਼ਹੂਰੀ ਦੇ ਰਾਹੀਂ ਵਿਗਿਆਪਨ ਦਿੰਦਾ ਕਿ ਉਹਦਾ ਪ੍ਰੋਡਕਟ ਆ ਲੋਕਾਂ ਤੱਕ ਪਹੁੰਚ ਬਣਾਵੇ ਤਾਂ ਜੋ ਲੋਕ ਉਹਨੂੰ ਦੇਖ ਕੇ
ਖਰੀਦਣ, ਵੱਧ ਤੋਂ ਵੱਧ ਸਟੋਰ 'ਤੇ ਆਉਣ ਅਤੇ ਉਹਦੀ ਖਰੀਦਦਾਰੀ ਕਰਨ। ਇਸ ਤੋਂ ਇਲਾਵਾ ਇੱਕ ਤਰੱਕੀ ਦੇ ਲਈ, ਪ੍ਰੋਡਕਟ ਪ੍ਰਮੋਸ਼ਨ ਦੇ ਲਈ ਜਿਹੜਾ ਸਿੱਧਾ ਮੇਲ ਰਾਹੀਂ ਸੰਪਰਕ ਵੀ ਬਣਾਇਆ ਜਾਂਦਾ, ਡਾਇਰੈਕਟ ਕਸਟਮਰ ਤੱਕ ਮੇਲ ਥਰੂ ਕਸਟਮਰ ਬਣਾਉਣਾ, ਉਹਨੂੰ ਟਾਈਮ ਟੂ ਟਾਈਮ ਜਿਹੜੇ ਡਿਸਕਾਊਂਟ ਨੇ, ਆਫਰਸ ਨੇ, ਉਹਨਾਂ ਬਾਰੇ ਦੱਸ ਕੇ ਉਹਨਾਂ ਨੂੰ ਖਰੀਦਦਾਰੀ ਲਈ ਪ੍ਰੇਰਿਤ ਕਰਨਾ। ਅਤੇ ਇਸ ਦੇ ਵਿੱਚ ਇੱਕ ਨਿੱਜੀ ਵਿਕਰੀ ਵੀ ਕੀਤੀ ਜਾਂਦੀ ਆ, ਤਾਂ ਜੋ ਗਾਹਕ ਦੇ ਜਿੱਥੇ ਗਾਹਕ ਕੰਮ ਕਰਦਾ ਉੱਥੇ ਜਾ ਕੇ ਉਹਨੂੰ ਡਾਇਰੈਕਟ ਵਸਤੂ ਦੇ ਲਾਭ ਬਾਰੇ ਦੱਸਣਾ, ਡਿਸਕਾਊਂਟ ਤਕਨੀਕਸ ਬਾਰੇ ਦੱਸਣਾ, ਹੋਰ ਟਰਮ ਐਂਡ ਕੰਡੀਸ਼ਨਸ ਬਾਰੇ ਦੱਸਣਾ ਅਤੇ ਉਹਨੂੰ ਪ੍ਰੋਡਕਟ ਦੇਣਾ। ਤਾਂ ਇਹ ਵੀ ਇੱਕ ਪ੍ਰੋਡਕਟ ਦੀ ਤਰੱਕੀ ਦੇ ਲਈ ਵਰਤੀ ਜਾਣ ਵਾਲੀ ਸ਼੍ਰੇਣੀ ਆ। ਅਤੇ ਪੰਜਵਾਂ ਆਪਾਂ ਗੱਲ ਕਰਦੇ ਹਾਂ ਜੀ, ਡਿਸਟਰੀਬਿਊਸ਼ਨ ਮੈਥਡ, ਸ਼੍ਰੇਣੀ ਵੰਡ ਵਿਧੀ, ਵੀ ਕਿਸ ਤਰ੍ਹਾਂ ਪ੍ਰੋਡਕਟ ਨੂੰ ਡਿਸਟਰੀਬਿਊਟ ਕੀਤਾ ਜਾਂਦਾ। ਇਹ ਸਟੋਰਾਂ ਦੇ ਆਧਾਰ 'ਤੇ ਸਟੋਰਾਂ ਦੇ ਵਿੱਚ ਰੱਖ ਕੇ ਪ੍ਰੋਡਕਟ ਨੂੰ ਵੇਚਿਆ ਜਾਂਦਾ। ਉਸ ਤੋਂ ਬਾਅਦ ਇੱਕ ਖਰੀਦ ਖੇਤਰ, ਇੱਕ ਮੰਡੀ ਮੰਡੀ ਦਾ ਸੈਟਅਪ ਕੀਤਾ ਜਾਂਦਾ। ਅਤੇ ਇੱਕ ਜਿਹੜੇ ਸ਼ਾਪਿੰਗ ਮਾਲਸ ਨੇ, ਜਿੱਥੇ ਛੋਟੀਆਂ ਛੋਟੀਆਂ ਇਕਾਈਆਂ ਨੇ, ਦੁਕਾਨਾਂ ਖੋਲ੍ਹੀਆਂ ਜਾਂਦੀਆਂ ਨੇ, ਉਹਨਾਂ ਰਾਹੀਂ ਆ ਜਿਹੜਾ ਗਾਹਕਾਂ ਤੱਕ ਇੱਕ ਸ਼੍ਰੇਣੀ ਵੱਧ ਕਰਕੇ ਪ੍ਰੋਡਕਟਸ ਨੂੰ ਵੇਚਿਆ ਜਾਂਦਾ। ਅਤੇ ਚਲੋ ਅੱਗੇ ਗੱਲ ਕਰਦੇ ਹਾਂ ਜੀ, ਫੰਕਸ਼ਨਸ ਆਫ ਰਿਟੇਲਰਸ। ਇੱਕ ਪਰਚੂਨਕਾਰ ਦੇ ਕੀ ਕੰਮ ਨੇ, ਕੀ ਉਹ ਕੰਮ ਜਿਹੜਾ ਕਰਦਾ। ਸਭ ਤੋਂ ਪਹਿਲਾਂ ਕੀ ਕਰਦਾ ਪਰਚੂਨਕਾਰ, ਦੇਖਦਾ ਕਿ ਜਿਹੜਾ ਉਹਦਾ ਪ੍ਰੋਡਕਟ ਆ ਉਹ ਉਸੇ ਰੂਪ ਦੇ ਵਿੱਚ, ਉਹਦਾ ਰੂਪ ਤਿਆਰ ਉਸੇ ਰੂਪ ਦੇ ਵਿੱਚ ਗਾਹਕ ਨੂੰ ਸਵੀਕਾਰ ਕਰਾਵੇ ਜਿਸ ਰੂਪ ਦੇ ਵਿੱਚ ਗਾਹਕ ਚਾਹੁੰਦਾ ਖਰੀਦਣਾ। ਫੋਰ ਐਗਜ਼ਾਮਪਲ, ਅਸੀਂ ਕੋਈ ਵੀ ਚੀਜ਼ ਲੈਂਦੇ ਹਾਂ, ਵਿਦਆਊਟ ਅਸੀਂ ਪੈਕਿੰਗ ਉਹ ਪ੍ਰੋਡਕਟ ਨਹੀਂ ਲਵਾਂਗੇ, ਕਿਉਂਕਿ ਐਜ਼ ਏ ਕਸਟਮਰ ਚਾਹੁੰਦਾ ਕਿ ਮੈਨੂੰ ਬ੍ਰਾਂਡ ਨਿਊ ਜਿਹੜਾ ਪ੍ਰੋਡਕਟ ਦਿੱਤਾ ਜਾਵੇ, ਡੱਬਾ ਬੰਦ। ਤਾਂ ਜ਼ਰੂਰੀ ਆ, ਸਭ ਤੋਂ ਪਹਿਲਾਂ ਇੱਕ ਰਿਟੇਲਰ ਦਾ ਇਹ ਕੰਮ ਆ ਕਿ ਉਸੇ ਰੂਪ 'ਚ, ਜਿਸ ਰੂਪ ਦੇ ਵਿੱਚ ਕਸਟਮਰ ਚਾਹੁੰਦਾ, ਉਹਨੂੰ ਉਸੇ ਰੂਪ ਦੇ ਵਿੱਚ ਪ੍ਰੋਡਕਟ ਆ ਜਿਹੜਾ ਦੇਵੇ। ਸੈਕੰਡ ਕੀ ਆ, ਇਸ ਦਾ ਟਾਈਮ ਯੂਟਿਲਿਟੀ, ਕੀਪਿੰਗ ਦਾ ਸਟੋਰ ਓਪਨ ਵੈਨ ਦਾ ਕਸਟਮਰ ਪ੍ਰੈਫਰ ਟੂ ਸ਼ਾਪ। ਗਾਹਕ ਦੇ ਲਈ ਉਦੋਂ ਦੁਕਾਨ ਖੋਲ੍ਹਣਾ ਜਦੋਂ ਉਹ ਖਰੀਦਦਾਰੀ ਕਰਨੀ ਚਾਹੁੰਦਾ। ਫੋਰ ਐਗਜ਼ਾਮਪਲ, ਜੇ ਕਿਸੇ ਨੂੰ ਮੈਡੀਕਲੀ ਐਮਰਜੈਂਸੀ ਦੀ ਪੈ ਗਈ ਆ ਅਤੇ ਡਾਕਟਰ ਦੀ ਸ਼ਾਪ ਬੰਦ ਆ, ਤਾਂ ਉਹ ਉਸ ਟਾਈਪ ਦੀ ਸੇਵਾ ਨਹੀਂ ਦਿੰਦਾ, ਉਹ ਆਪਣਾ ਕੰਮ ਨਹੀਂ ਕਰ ਰਿਹਾ ਐਜ਼ ਏ ਪਰਚੂਨਕਾਰ। ਹਾਂ, ਇਹ ਜ਼ਰੂਰੀ ਆ ਕਿ ਗਾਹਕ ਨੂੰ ਜਿਸ ਟਾਈਮ 24 ਆਵਰਸ ਜਦੋਂ ਵੀ ਲੋੜ ਹੈ ਕਿਸੇ ਚੀਜ਼ ਦੀ ਜਾਂ ਐਮਰਜੈਂਸੀ ਸੇਵਾਵਾਂ ਦੀ, ਤਾਂ ਉਹ ਖੁੱਲ੍ਹੀਆਂ ਹੋਣ, ਤਾਂ ਉਹ ਸ਼ਾਪ ਖੁੱਲ੍ਹੀ ਹੋਵੇ ਉਹਨੂੰ ਸੇਵਾ ਦੇਣ ਦੇ ਲਈ। ਥਰਡ ਹੈਗਾ ਇਸ ਦਾ ਪਲੇਸ ਯੂਟਿਲਿਟੀ ਬੀਂਗ ਅਵੇਲੇਬਲ ਐਟ ਦਾ ਕਨਵੀਨੀਐਂਟ ਲੋਕੇਸ਼ਨ, ਮਤਲਬ ਕਿ ਅਜਿਹੀ ਲੋਕੇਸ਼ਨ 'ਤੇ ਸੈਟਅਪ ਹੋਣਾ ਪਰਚੂਨਕਾਰ ਦੇ ਜਿਹੜੇ ਸਟੋਰ ਦਾ, ਜਿੱਥੇ ਈਜ਼ਲੀ ਕਸਟਮਰ ਨੂੰ ਆਉਣਾ ਜਾਣਾ ਸੌਖਾ ਹੋਵੇ, ਆਸਾਨ ਤਰੀਕੇ ਦੇ ਨਾਲ ਉਹ ਪਹੁੰਚ ਕਰਕੇ ਆਪਣੀ ਲੋੜ ਨੂੰ ਪੂਰਾ ਕਰ ਸਕੇ। ਲਾਸਟ ਹੈਗਾ ਫੋਰਥ ਇਸ ਦਾ ਓਨਰਸ਼ਿਪ ਯੂਟਿਲਿਟੀ ਵੈਨ ਦਾ ਪ੍ਰੋਡਕਟ ਇਜ਼ ਸ਼ੋਲਡ। ਜਦੋਂ ਇੱਕ ਪ੍ਰੋਡਕਟ ਨੂੰ ਵੇਚਦਾ ਤਾਂ ਗਾਹਕ ਨੂੰ ਪਰਚੂਨਕਾਰ ਦਾ ਫਰਜ਼ ਹੈ ਕਿ ਉਹ ਮਾਲਕ ਦਾ ਅਹਿਸਾਸ ਕਰਾਵੇ ਕਿ ਹਾਂਜੀ, ਹੁਣ ਤੁਸੀਂ ਇਸ ਪ੍ਰੋਡਕਟ ਦੇ ਮਾਲਕ ਹੋ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ, ਜਿਹੜਾ ਰਿਟੇਲਰ ਦੁਆਰਾ ਕਸਟਮਰ ਨੂੰ ਸਰਵਿਸ ਕੀ ਜਿਹੜੀਆਂ ਸੇਵਾਵਾਂ ਨੇ ਦਿੱਤੀਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਗਾਹਕ ਨੂੰ ਇੱਕ ਪਰਚੂਨਕਾਰ ਸਹੀ ਕੀਮਤ 'ਤੇ ਸਹੀ ਵਸਤੂ ਦੀ ਚੋਣ ਕਰਵਾ ਕੇ ਉਹਨੂੰ ਜਿਹੜੀ ਆ ਵਸਤੂ ਵੇਚਦਾ। ਦੂਜਾ ਹੈਗਾ, ਉਹਦੇ ਨਾਲ ਇੱਕ ਅਜਿਹੇ ਰਿਲੇਸ਼ਨਸ਼ਿਪ ਬਿਲਡਅਪ ਕਰਦਾ ਜਿਹੜੇ ਵਿੱਚ ਉਹ ਓਨੈਸਟ ਰਹਿੰਦਾ, ਇਮਾਨਦਾਰ ਅਤੇ ਮਿਲਣਸਾਰ ਤਰੀਕੇ ਦੇ ਨਾਲ ਉਹਦੇ ਨਾਲ ਮਿਲਵਰਤਨ ਦੀ ਭਾਵਨਾ ਬਣਾ ਕੇ ਲੰਬੇ ਰਿਲੇਸ਼ਨ ਬਣਾਉਂਦਾ, ਤਾਂ ਜੋ ਉਹ ਇੱਕ ਲੋਇਲ ਕਸਟਮਰ ਬਣ ਜਾਵੇ ਉਸ ਦੁਕਾਨਦਾਰ, ਉਸ ਪਰਚੂਨਕਾਰ ਦੇ ਪੱਖੀ। ਤੀਜਾ ਉਹ ਕੰਮ ਕਰਦਾ ਕਿ ਗਾਹਕਾਂ ਦੀ ਮੰਗ, ਜੋ ਉਹ ਗਾਹਕ ਚਾਹੁੰਦੇ ਨੇ, ਉਸ ਅਕੋਰਡਿੰਗ ਉਹਨਾਂ ਨੂੰ ਵਸਤੂਆਂ ਦਿੰਦਾ। ਅਤੇ ਉਸ ਤੋਂ ਉਪਰੰਤ ਗਾਹਕ ਨੂੰ ਵਸਤੂ ਉਹਦਾ ਭਰੋਸਾ ਜਿੱਤ ਕੇ ਉਹਨੂੰ ਉਧਾਰ ਦੇਣ ਦੀ ਸੁਵਿਧਾ ਵੀ ਦਿੰਦਾ ਹੈ। ਟਰੈਂਡਸ ਇਨ ਰਿਟੇਲਿੰਗ ਗੱਲ ਕਰੀਏ, ਰੁਝਾਨ ਇਹਦੇ ਵਿੱਚ ਕਾਫੀ ਜ਼ਿਆਦਾ ਜੇ ਗੱਲ ਕਰੀਏ ਚੇਂਜਸ ਆਈਆਂ ਨੇ। ਚੇਂਜਸ ਕਿਵੇਂ ਆਈਆਂ ਨੇ, ਆਬਾਦੀ ਜਿਹੜੀ ਵਧੀ ਆ, ਆਬਾਦੀ ਦੇ ਵਿੱਚ ਜ਼ਿਆਦਾ ਜਿਹੜੇ ਕਸਟਮਰ ਨੇ ਸਾਡੇ 30 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੇ, ਤਾਂ ਕਰਕੇ ਇਹ ਬਹੁਤ ਖਰੀਦਦਾਰੀ ਕਰਦੇ ਨੇ, ਤਾਂ ਇਹਨੇ ਜਿਹੜਾ ਰਿਟੇਲ ਨੂੰ ਹੁੰਗਾਰਾ ਦਿੱਤਾ ਅਤੇ ਦੋਹਰੀ ਆਮਦਨ ਹੋ ਗਈ ਆ। 2-2 3-3 ਬੰਦੇ ਕਮਾਉਣ ਕਰਕੇ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਚੇਂਜ ਹੋ ਗਿਆ, ਤਾਂ ਉਹਨਾਂ ਨੇ ਵੀ ਵੱਧ ਤੋਂ ਵੱਧ ਖਰੀਦਦਾਰੀ ਕੀਤੀ ਅਤੇ ਇਸ ਨਾਲ ਪਰਚੂਨਕਾਰ ਖੇਤਰ ਦੇ ਵਿੱਚ ਕਾਫੀ ਵਾਧਾ ਹੋਇਆ। ਪਲਾਸਟਿਕ ਕ੍ਰਾਂਤੀ ਜਿਹੜਾ ਕਿ ਆਪਣੇ ਕਾਰਡਸ ਨੇ, ਕ੍ਰੈਡਿਟ ਡੈਬਿਟ ਕਾਰਡਸ ਯੂਜ਼ ਹੋਣ ਲੱਗ ਗਏ,
ਤੇ ਇਹਦੇ ਨਾਲ ਵੀ ਇੱਕੋ ਦਮ ਜਦੋਂ ਗਾਹਕ ਚਾਹੁੰਦਾ ਕਿਸੇ ਵੀ ਜਗ੍ਹਾ ਤੋਂ ਇਹ ਖਰੀਦਦਾਰੀ ਕਰ ਸਕਦਾ। ਸ਼ਹਿਰੀਕਰਨ, ਲੋਕ ਸ਼ਹਿਰਾਂ ਦੇ ਵਿੱਚ ਮੂਵ ਹੋਣ ਲੱਗ ਗਏ, ਇਹਨਾਂ ਨੇ ਵੀ ਇੱਕ ਪਰਚੂਨ ਕਾਰਜ ਨੂੰ ਬੜਾਵਾ ਦੇਣ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਦਿੱਤਾ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਕਸਟਮਰ ਇੰਟਰਫੇਰੈਂਸ ਸਿਸਟਮ, ਇਹਦੇ ਵਿੱਚ ਕੁਝ ਸਹੂਲਤਾਂ ਨੇ। ਬਾਰਕੋਡ ਸਕੈਨਰ, ਬਿਲਿੰਗ ਕਰਨੀ ਸੌਖੀ ਹੋ ਗਈ, ਅਦਾਇਗੀ ਸੌਖੀ ਹੋ ਗਈ। ਤੇ ਓਪਰੇਸ਼ਨਲ ਸਿਸਟਮ ਸਪੋਰਟ, ERP ਤਕਨੀਕ, ਐਂਟਰਪ੍ਰਾਈਜ਼ ਰਿਸੋਰਸ ਪਲਾਨਿੰਗ ਕਰਕੇ ਤਰੀਕੇ ਨਾਲ ਪਰਚੂਨ ਜਿਹੜਾ ਵਪਾਰ ਕੀਤਾ ਗਿਆ। ਤੇ CRM ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਅਜਿਹੇ ਤਰੀਕੇ ਨਾਲ ਰਿਲੇਸ਼ਨਸ਼ਿਪ ਬਿਲਡਅਪ ਕੀਤੇ ਗਏ ਜਿਹਦੇ ਨਾਲ ਪਰਚੂਨਕਾਰ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਗਾਰਾ ਮਿਲਿਆ ਤੇ ਗਾਹਕਾਂ ਨੇ ਵੱਧ ਤੋਂ ਵੱਧ ਖਰੀਦਦਾਰੀ ਕਰਨੀ ਸ਼ੁਰੂ ਕੀਤੀ। ਇਸ ਪ੍ਰੈਜੈਂਟੇਸ਼ਨ ਦੇ ਦੌਰਾਨ ਕੋਈ ਵੀ ਤੁਹਾਡੀ ਇਨਕੁਆਇਰੀ ਹੋਵੇ, ਯੂ ਕੈਨ ਕਾਲ ਮੀ ਐਨੀ ਟਾਈਮ। ਸੋ ਥੈਂਕ ਯੂ ਸੋ ਮਚ ਜੀ।